ਬਜਟ ਸਪੀਚ ਦੇ ਵਿੱਚ ਮਾਨ ਸਰਕਾਰ ਦਾ ਇੱਕ ਪ੍ਰਪੋਜ਼ਲ ਸੀਗਾ, ਅੱਜ ਉਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਇੱਕ ਸਿੱਖਿਆ ਤੇ ਸਿਹਤ ਫੰਡ ਦਾ ਜਿਹੜਾ ਟਰਸਟ ਹੈ ਉਹਨਾਂ ਨੂੰ ਮਾਨ ਸਰਕਾਰ ਛੱਡਣ ਜਾ ਰਹੀ ਹੈ ਜੀ। ਟੋਟਲ ਕਿੰਨੇ ਹੈ? ਟੋਟਲ 23 ਅੱਜ ਦੀ ਕੈਬਨਿਟ 'ਚ 23 ਹੋਇਆ ਜੀ। ਪਿਛਲੀ ਵਾਰੀ 100 ਸੀ ਤੇ ਹਰ ਵਾਰੀ ਅਲੱਗ-ਅਲੱਗ ਸੰਖਿਆ ਹੁੰਦੀ ਹੈ ਜੀ। ਤੇ ਇਸ ਤੋਂ ਇਲਾਵਾ ਜੀ ਜਿਵੇਂ ਸਾਡਾ ਇਹ ਪੋਲ ਪ੍ਰੋਮਿਸ ਵੀ ਸੀ ਤੇ ਖੁਦ ਮੇਰਾ ਵੀ ਇੱਕ ਪੁਰਜ਼ੋਰ ਕੋਸ਼ਿਸ਼ ਹੈ ਕਿ ਅਸੀਂ ਮਾਈਨਿੰਗ ਜਿਹੜਾ ਇੰਡਸਟਰੀ ਹੈ ਉਸ ਨੂੰ ਸਾਫ਼ ਸੁਥਰਾ ਬਣਾਉਣਾ ਤੇ ਜਿੰਨੀ ਮਾਈਨਿੰਗ ਇੰਡਸਟਰੀ ਸਾਫ਼ ਸੁਥਰੀ ਬਣੂਗੀ ਉਨਾ ਮਾਫੀਏ ਦਾ ਖਾਤਮਾ ਆਪਣੇ ਆਪ ਹੁੰਦਾ ਜਾਊਗਾ। ਪਿੱਛੇ ਜੇ ਵੀ ਤੁਹਾਡੇ ਆਪ ਸਭ ਨੂੰ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਇਸ ਵਾਰੀ ਅਸੀਂ 2.5 ਗੁਣਾ ਵੱਧ ਲੀਗਲ ਮਾਈਨਿੰਗ ਕੀਤੀ ਹੈ। ਲੋਕ ਪੁੱਛਦੇ ਆ ਕਿ ਅੱਛਾ ਜੀ ਫਿਰ ਰੇਟ ਕਿਉਂ ਨਹੀਂ ਘੱਟ ਆਏ, ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਇਲੀਗਲ ਮਾਈਨਿੰਗ ਦੀ ਸੰਖਿਆ ਬਹੁਤ ਜ਼ਿਆਦਾ ਸੀ। ਪਿਛਲੇ ਸਾਲ ਸਰਕਾਰੀ ਐਵਰੇਜ 25 ਤੋਂ 40 ਹਜ਼ਾਰ ਮੈਟ੍ਰਿਕ ਟਨ ਦੇ ਵਿੱਚ ਹੁੰਦੀ ਸੀ। ਅਸੀਂ ਲਗਾਤਾਰ 2 ਮਹੀਨੇ ਕੇ ਲਈ, ਹੁਣ ਬਰਸਾਤਾਂ 1.5 ਮਹੀਨੇ ਤੋਂ ਮਾਈਨਿੰਗ ਬੰਦ ਹੈ, ਪਰ 1 ਲੱਖ ਮੈਟ੍ਰਿਕ ਟਨ ਸਾਡੀ ਐਵਰੇਜ ਸੀਗੀ, ਵਿਚ ਇਜ਼ ਮੋਰ ਦੈਨ 2.5 ਟਾਈਮਸ। ਇਸ ਦੇ ਇਲਾਵਾ ਬਹੁਤ ਸਾਰੇ ਸਸਪੈਂਸ਼ਨਸ, ਬਹੁਤ ਸਾਰੇ FIRs ਤੇ ਹੋਰ ਵੀ ਬਹੁਤ ਸਾਰੇ ਮੇਜਰਸ ਹੈ। ਪਰ ਅੱਜ ਇੱਕ ਨਵੀਂ ਪਾਲਿਸੀ ਤੇ ਇੱਕ ਅਮੈਂਡਮੈਂਟ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ 20 ਸਾਲਾਂ ਤੋਂ ਬਾਅਦ ਕਿ ਇੱਕ DSR ਹੋ ਰਿਹਾ, ਡਿਸਟ੍ਰਿਕਟ ਸਰਵੇ ਰਿਪੋਰਟ। DSR ਬਹੁਤ ਜ਼ਰੂਰੀ ਹੁੰਦੀ ਹੈ ਅਗਰ ਕਿਸੇ ਸਟੇਟ ਨੇ ਮਾਈਨਿੰਗ ਕਰਨੀ ਹੈ, ਪਰ ਸਾਡੀ ਸਮਝ ਤੋਂ ਬਾਹਰ ਹੈ ਕਿ ਪਿਛਲੀਆਂ ਸਰਕਾਰਾਂ ਨੇ ਕਰਾਈਆਂ ਹੀ ਕਿਉਂ ਨਹੀਂ। DSR ਮਤਲਬ ਹੁੰਦਾ ਡਿਸਟ੍ਰਿਕਟ ਸਰਵੇ ਰਿਪੋਰਟ, ਹਰ ਜ਼ਿਲ੍ਹੇ ਦੀ ਹੋਊਗੀ। ਉਹਦੇ ਵਿੱਚ ਪ੍ਰੀ ਮੌਨਸੂਨ ਤੇ ਪੋਸਟ ਮੌਨਸੂਨ ਡਾਟਾ ਲਿਆ ਜਾਂਦਾ ਹੈ। ਥਰਡ ਪਾਰਟੀ ਤੋਂ ਕਰਵਾ ਰਹੇ ਆ, ਇੰਡੀਪੈਂਡੈਂਟ ਤੇ ਬੈਸਟ। ਉਹ ਦੱਸਣਗੇ DSR ਤੋਂ ਬਾਅਦ ਪਤਾ ਲੱਗ ਜਾਊਗਾ ਕਿ ਪੰਜਾਬ ਦੇ ਕਿਹੜੇ ਕਿਹੜੇ ਹਿੱਸਿਆਂ 'ਚ ਮਾਈਨਿੰਗ ਹੋ ਸਕਦੀ ਜਿਸ ਦੇ ਨਾਲ ਵਾਤਾਵਰਨ ਨੂੰ ਕੋਈ ਵੀ ਨੁਕਸਾਨ ਨਾ ਮਿਲੇ। ਤੇ ਜਦੋਂ DSR ਹੋਈ ਹੋਊਗੀ ਤਾਂ ਇਨਵਾਇਰਮੈਂਟਲ ਕਲੀਅਰੈਂਸ ਉਸੇ ਵਕਤ ਮਿਲਣਗੇ। ਕੋਈ NGT, ਕੋਈ SIA, ਕੋਈ ਪੰਜਾਬ ਦੀ ਮਾਈਨਿੰਗ ਤੇ ਸਵਾਲ ਨਹੀਂ ਚੁੱਕੂਗਾ। ਇਹ ਇੱਕ ਬਹੁਤ ਵੱਡਾ ਸਾਡੀ ਸਰਕਾਰ ਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਮੁੱਖ ਮੰਤਰੀ ਸਾਹਿਬ ਦਾ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੈ। ਦੂਜੀ ਗੱਲ ਜੀ, ਰੇਤਾ ਤੇ ਬਜਰੀ 70% ਸਪਲਾਈ ਆਮ ਲੋਕਾਂ ਨੂੰ ਜਿਹੜੇ ਰੇਤੇ ਤੇ ਬਜਰੀ ਦੀ ਹੁੰਦੀ ਹੈ ਉਹ ਕ੍ਰਸ਼ਰਾਂ ਤੋਂ ਹੁੰਦੀ ਹੈ। ਤੇ ਕ੍ਰਸ਼ਰਾਂ ਦੇ ਉੱਤੇ ਅੱਜ ਤੱਕ ਹੈਰਾਨੀ ਨਾਲ ਕੋਈ ਪਾਲਿਸੀ ਬਣੀ ਨਹੀਂ ਸੀ ਜੀ। ਕੋਈ ਵੀ ਤਾਕਤਵਰ ਵਿਅਕਤੀ ਹੋਵੇ ਜਿਸ ਦੀ ਸਰਕਾਰੀ ਦਰਬਾਰੇ ਪਹੁੰਚ ਹੋਵੇ, ਫਲਾਣੇ ਦਾ ਭਤੀਜਾ ਹੈ, ਫਲਾਣੇ ਦਾ ਜਵਾਈ ਹੈ, ਫਲਾਣੇ ਦਾ ਮੁੰਡਾ ਹੈ, ਉੱਥੇ ਲੱਗਾ, ਉਹ ਚੱਕ ਕੇ ਕ੍ਰਸ਼ਰ ਲਾ ਸਕਦਾ ਸੀ ਤੇ ਕ੍ਰਸ਼ਰ ਦੇ ਨਾਲ ਜਿਹੜੀ ਮਰਜ਼ੀ ਜ਼ਮੀਨ ਪੁੱਟ ਸਕਦਾ ਸੀ। 10,000 ਰੁਪਇਆ ਇੱਕ ਕ੍ਰਸ਼ਰ ਦੀ ਰਜਿਸਟ੍ਰੇਸ਼ਨ ਫੀਸ ਸੀ ਬਸ, ਤੇ ਤੁਸੀਂ ਜੋ ਮਰਜ਼ੀ ਕਰ ਸਕਦੇ ਸੀ। ਬਹੁਤ ਸਾਰੇ ਕ੍ਰਸ਼ਰ ਵਾਲੇ ਹਾਲ ਹੀ ਦੇ ਵਿੱਚ ਸਾਨੂੰ ਆ ਕੇ ਮਿਲੇ, ਸਰਕਾਰੀ ਮੀਟਿੰਗਾਂ ਵੀ ਲਈਆਂ ਅਸੀਂ, ਤੇ ਬਹੁਤ ਸਾਰੇ ਕ੍ਰਸ਼ਰ ਵਾਲੇ ਇਮਾਨਦਾਰ ਵੀ ਨੇ। ਇੱਕ ਤਾਂ ਮਾਫੀਆ ਹੋ ਗਿਆ, ਪਰ ਕਿਸ਼ ਇੰਡਸਟਰੀ ਵੀ ਹੈ, ਕਿਉਂਕਿ ਇੱਕ ਇੰਡਸਟਰੀ ਹੈ। ਉਹ ਆ ਕੇ ਕਹਿੰਦੇ ਸੀ ਕਿ ਕਹਿੰਦੇ ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਾਂ, ਪਰ ਸਾਨੂੰ ਇੱਕ ਤਰੀਕੇ ਨਾਲ ਚੋਰ ਬਣਾ ਦਿੱਤਾ ਗਿਆ। ਜਦੋਂ ਮਰਜ਼ੀ ਕੋਈ ਵੀ ਪੁਲਿਸ ਵਾਲਾ ਆ ਜਾਂਦਾ, ਕੋਈ ਵੀ ਆ ਜਾਂਦਾ, ਤੇ ਸਾਡੇ ਤੋਂ ਗੁੰਡਾ ਪਰਚੀ, ਜਿਹਨੂੰ ਆਪਾਂ ਆਮ ਸੁਣਦੇ ਸੀ, ਉਹ ਕ੍ਰਸ਼ਰ ਵਾਲਿਆਂ ਤੋਂ ਗੁੰਡਾ ਪਰਚੀ ਵਸੂਲੀ ਜਾਂਦੀ ਸੀ। ਤਾਂ ਇੱਕ ਪਹਿਲੀ ਵਾਰੀ ਹੋ ਰਿਹਾ ਕਿ ਅਸੀਂ ਇਸ ਵਾਰੀ ਕ੍ਰਸ਼ਰ ਪਾਲਿਸੀ ਲੈ ਕੇ ਆਏ ਹਾਂ, ਜੋ ਅੱਜ ਪੰਜਾਬ ਦੀ ਕੈਬਨਿਟ ਨੇ ਅਪਰੂਵ ਕਰ ਦਿੱਤੀ ਹੈ। ਕ੍ਰਸ਼ਰ ਪਾਲਿਸੀ ਦੇ ਜੋ ਮੁੱਖ ਬਿੰਦੂ ਹੋਣਗੇ ਉਹ ਇਹ ਹੈ ਜੀ, ਇੱਕ ਤਾਂ ਕ੍ਰਸ਼ਰ ਵਾਲੇ ਖੁਦ ਆਪਣੀ ਜ਼ਮੀਨ 5 ਹੈਕਟੇਅਰ ਦੇ ਹਿਸਾਬ ਦੇ ਨਾਲ ਲੈ ਸਕਦੇ ਆ, ਲੀਜ਼ ਤੇ ਲੈ ਸਕਦੇ ਆ ਜੀ, ਜਾਂ 5 ਹੈਕਟੇਅਰ ਜਾਂ 5 ਹੈਕਟੇਅਰ ਦੇ ਮਲਟੀਪਲ। ਇਹ ਪਹਿਲੀ ਵਾਰੀ ਹੋ ਰਿਹਾ। ਇਸ ਦਾ ਮਤਲਬ ਇਹ ਹੋਊਗਾ, ਤੇ ਜ਼ਰੂਰੀ ਨਹੀਂ ਅਗਰ ਕੋਈ ਕ੍ਰਸ਼ਰ ਵਾਲਾ ਲੈਣ ਵਾਲਾ ਚਾਹਵੇ ਤਾਂ ਉਹ ਲੈ ਸਕਦਾ। ਇਸ ਦਾ ਮਤਲਬ ਇਹ ਹੈ ਕਿ ਉਹਨੂੰ ਠੇਕੇਦਾਰ ਦੇ ਉੱਤੇ ਨਿਰਭਰ ਨਹੀਂ ਰਹਿਣਾ ਪਊਗਾ। ਦੂਜੀ ਗੱਲ ਜੀ, ਜਿਹੜਾ ਉਹਦੇ ਵਿੱਚ ਮੇਨ ਕੀਤਾ ਗਿਆ, ਇੱਕ ਕਿਉਂਕਿ ਕ੍ਰਸ਼ਰ ਸਾਡੇ ਵਾਤਾਵਰਨ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੇ ਆ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਡੂੰਘੇ ਹੋਏ ਆ, ਪਹਾੜਾਂ ਦੇ ਉੱਤੇ ਬਹੁਤ ਕੁਛ ਹੋਇਆ। ਤਾਂ ਪਿਛਲੇ ਸਮੇਂ ਦੇ ਵਿੱਚ ਇਲੀਗਲ ਮਾਈਨਿੰਗ ਕਰਕੇ ਵਾਤਾਵਰਨ ਦੇ ਉੱਤੇ ਬਹੁਤ ਕੁਛ ਹੋਇਆ। ਤਾਂ ਅਸੀਂ ਇੱਕ ਨਵਾਂ ਇੱਕ ਫੰਡ ਪ੍ਰਪੋਜ਼ ਕੀਤਾ, ਹਰ ਕ੍ਰਸ਼ਰ ਵਾਲੇ ਨੂੰ 1 ਰੁਪਇਆ ਕਿਊਬਿਕ ਫਿਟ। ਹੁਣ ਤੱਕ ਕ੍ਰਸ਼ਰ ਵਾਲਾ ਸਿਰਫ 10, ਜਿਵੇਂ ਮੈਂ ਦੱਸਿਆ, ਸਿਰਫ 10,000 ਰੁਪਏ ਦਿੰਦਾ ਸੀ। ਉਸ ਤੋਂ ਇਲਾਵਾ ਸਿਰਫ ਪੈਸੇ ਬਹੁਤ ਦਿੰਦਾ ਸੀ, ਹਰ ਕਿਸੇ ਨੂੰ ਮਹੀਨਾ ਜਾਂਦਾ ਸੀਗਾ, ਗੁੰਡਾ ਪਰਚੀ ਜਾਂਦੀ ਸੀ, ਪਰ ਸਰਕਾਰ ਦੇ ਖਾਤੇ ਸਿਰਫ 10,000 ਰੁਪਏ ਇੱਕ ਵਾਰੀ, ਹੋਰ ਸਰਕਾਰ ਨੂੰ ਕੁਛ ਨਹੀਂ ਮਿਲਦਾ ਸੀ। ਤਾਂ 1 ਰੁਪਇਆ ਕਿਊਬਿਕ ਫਿਟ ਇਨਵਾਇਰਮੈਂਟ ਫੰਡ ਅਸੀਂ ਇੰਪੋਜ਼ ਕੀਤਾ, ਜਿਸ ਦੇ ਨਾਲ ਸਿਰਫ ਕ੍ਰਸ਼ਰਸ ਤੋਂ ਸਾਨੂੰ, ਪੰਜਾਬ ਦੀ ਸਰਕਾਰ ਨੂੰ, ਪੰਜਾਬ ਦੀ ਆਵਾਮ ਨੂੰ, ਪੰਜਾਬ ਦੇ ਜਨਤਾ ਨੂੰ 225 ਕਰੋੜ ਰੁਪਇਆ ਆਊਗਾ 1 ਰੁਪਇਆ ਕਿਊਬਿਕ ਫਿਟ। ਅਤੇ ਇਸ ਪੈਸੇ ਦੀ ਜਿਹੜੀ ਵਰਤੋਂ ਹੈ ਉਹ ਜਿੱਥੇ ਬਾਕੀ ਵਿਕਾਸ ਦੇ ਕੰਮਾਂ ਲਈ, ਲੋਕ ਭਲਾਈ ਦੇ ਕੰਮਾਂ ਲਈ ਹੋ ਗਏ, ਉੱਥੇ ਉਹਦੇ 'ਚ ਕੁਛ ਪੈਸਾ ਵਾਤਾਵਰਨ ਦੀ ਸਟੱਡੀ ਕਰਨ ਦੇ ਲਈ, ਪਾਣੀ ਕਿਉਂ ਡੂੰਘੇ ਹੋਏ, ਇਹਨਾਂ ਚੀਜ਼ਾਂ ਦੇ ਉੱਤੇ ਖਰਚ ਹੋਊਗਾ। ਅਤੇ ਇੱਕ ਹੋਰ ਜਿਹੜਾ ਪ੍ਰਪੋਜ਼ਲ ਕਰ ਦਿੱਤਾ ਗਿਆ ਉਹ ਹੈ, ਜਿਹੜੀ ਜ਼ਮੀਨ ਹੈ
ਉਹ 3 ਸਾਲ ਲਈ ਹੋਊਗੀ, 1 ਸਾਲ ਲਈ ਹੋਰ ਰੀਨਿਊ ਹੋ ਸਕਦੀ ਹੈ। ਪਰ ਜਦੋਂ ਉੱਥੇ ਮਾਈਨਿੰਗ ਹੋਗੀ ਤਾਂ ਉਸ ਕ੍ਰਸ਼ਰ ਵਾਲੇ ਦੀ ਰਿਸਪੌਂਸਿਬਿਲਿਟੀ ਹੋਊਗੀ ਉਸ ਨੂੰ ਸਾਰੇ ਨੂੰ ਪਲਾਂਟੇਸ਼ਨ ਕਰਨਾ, ਤਾਂ ਕਿ ਆਪਣਾ ਵਾਤਾਵਰਨ ਠੀਕ ਹੋਵੇ। ਅਗਰ ਉੱਥੇ ਨਹੀਂ ਤਾਂ 19 ਬਰਾਬਰ ਜ਼ਮੀਨ ਕਿਤੇ ਹੋਰ ਹੋ, ਪਲਾਂਟੇਸ਼ਨ ਇਜ਼ ਮਸਟ। ਇਸ ਤੋਂ ਇਲਾਵਾ ਜੀ ਜਿਹੜੀ ਰਜਿਸਟ੍ਰੇਸ਼ਨ ਫੀਸ 10,000 ਸੀਗਾ, 10,000 ਸੀ, ਉਹਨੂੰ ਵਧਾ ਕੇ 1 ਲੱਖ ਰੁਪਇਆ ਕਰ ਦਿੱਤਾ ਗਿਆ। ਤੇ ਇਸ ਤੋਂ ਇਲਾਵਾ 3 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਇਆ, 3 ਲੱਖ ਤੋਂ ਲੈ ਕੇ 5 ਲੱਖ ਰੁਪਇਆ ਇੱਕ ਕ੍ਰਸ਼ਰ ਵਾਲੇ ਨੂੰ ਸਿਕਿਉਰਿਟੀ ਡਿਪੈਂਡਿੰਗ ਅਪੋਨ ਇਟਸ ਸਾਈਜ਼ ਐਂਡ ਕਪੈਸਿਟੀ, ਉਸ ਨੂੰ ਸਿਕਿਉਰਿਟੀ ਪੰਜਾਬ ਸਰਕਾਰ ਤੇ ਮਾਈਨਿੰਗ ਵਿਭਾਗ ਕੋਲ ਦੇਣੀ ਪਊਗੀ, ਤਾਂ ਕਿ ਅਗਰ ਉਹ ਕੱਲ੍ਹ ਨੂੰ ਕੋਈ ਵੀ ਗਲਤ ਕੰਮ ਕਰਦਾ ਤਾਂ ਅਸੀਂ ਉਸ ਦੀ ਸਿਕਿਉਰਿਟੀ ਜ਼ਬਤ ਕਰੀਏ। ਕ੍ਰਸ਼ਰ ਵਾਲੇ ਉੱਤੇ ਕੋਈ ਦੇਖ ਰੇਖ ਨਹੀਂ ਸੀ। ਕ੍ਰਸ਼ਰ ਵਾਲੇ ਹਰ ਕ੍ਰਸ਼ਰ ਦੇ ਉੱਤੇ ਵੇ ਬ੍ਰਿਜ ਕ੍ਰਸ਼ਰ ਵਾਲੇ ਲਾਉਣਗੇ ਜੀ। ਉਹ ਜਿਹੜਾ ਵੇ ਬ੍ਰਿਜ, ਉਹ ਜਿਹੜਾ ਕੰਢਾ ਹੈ, ਉਹ ਪੰਜਾਬ ਸਰਕਾਰ ਮਾਈਨਿੰਗ ਵਿਭਾਗ ਦੇ ਪੋਰਟਲ ਦੇ ਨਾਲ ਡਾਇਰੈਕਟਲੀ ਲਿੰਕਡ ਹੋਊਗਾ। ਹਰ ਕ੍ਰਸ਼ਰ ਵਾਲੇ ਨੂੰ ਹਰ ਮਹੀਨੇ, ਜਿਵੇਂ ਆਪਾਂ ਬਾਕੀ ਜ਼ਿਆਦਾ ਰਿਟਰਨਸ ਜਾਂਦੀਆਂ, ਰਿਟਰਨਸ ਭਰਨੀਆਂ ਪੈਣਗੀਆਂ। ਜਿੰਨਾ ਮਾਲ ਆਇਆ ਉਹਨੂੰ ਦੱਸਣਾ ਪਊਗਾ ਕਿੱਥੋਂ ਆਇਆ ਸੀ, ਰॉ ਮਟੀਰੀਅਲ ਉਹਦੇ ਆਪਣੀ ਸਾਈਟ ਸੀ, ਠੇਕੇਦਾਰ ਤੋਂ ਲਿਆ, ਕਿਸੇ ਹੋਰ ਸਟੇਟ ਤੋਂ ਲਿਆ, ਤੇ ਕਿੰਨੇ ਦੀ ਰਿਟਰਨ ਭਰੀ ਹੈ। ਇਲੈਕਟ੍ਰਿਸਿਟੀ ਮੀਟਰ ਦੇ ਨਾਲ ਉਸ ਦਾ ਅਸੀਂ ਚੈੱਕ ਕਰਾਂਗੇ। ਅਗਰ ਇਨਪੁਟ ਘੱਟ ਹੈ ਤੇ ਆਊਟਪੁੱਟ ਜ਼ਿਆਦਾ ਹੈ ਤਾਂ ਉਸ ਦੀ ਉਹਨੂੰ ਜਿਹੜੇ ਹੈ ਪੈਨਲਟੀ ਮਾਈਨਿੰਗ ਵਿਭਾਗ ਨੂੰ ਦੇਣੇ ਪੈਣੇ। ਇਹ ਸਾਰੇ ਮੇਜਰਸ ਦੇ ਨਾਲ ਜਿਹੜਾ ਹੈ ਲੋਕਾਂ ਨੂੰ ਕਿ ਹਜੇ ਵੀ ਬਾਰ-ਬਾਰ ਮੇਜਰਸ ਲੈਣ ਤੋਂ ਬਾਅਦ ਬਹੁਤ ਮਹਿੰਗਾ ਰੇਤਾ ਬਜਰੀ ਮਿਲ ਰਿਹਾ ਸੀ, ਲੋਕਾਂ ਨੂੰ ਕਾਫੀ ਕਿਫਾਇਤੀ ਰੇਟ ਦੇ ਉੱਤੇ ਰੇਤਾ ਤੇ ਬਜਰੀ ਮਿਲੂਗੀ। ਇਸ ਤੋਂ ਇਲਾਵਾ ਜਿਹੜੀ ਐਗਜ਼ਿਸਟਿੰਗ ਮਾਈਨਿੰਗ ਪਾਲਿਸੀ ਚੱਲ ਰਹੀ ਹੈ, ਉਸ ਮਾਈਨਿੰਗ ਪਾਲਿਸੀ ਦੇ ਵਿੱਚ ਕੁਝ ਚੇਂਜਸ ਕੀਤੇ ਗਏ ਹੈ। ਇੱਕ ਤਾਂ ਜਿਹੜਾ ਸਭ ਤੋਂ ਵੱਡਾ ਮੈਨੂੰ ਲੱਗਦਾ ਚੇਂਜ ਜੋ ਕੀਤਾ ਗਿਆ ਉਹ ਸੀਗਾ, ਜੋ ਦਿੱਕਤ ਬਤੌਰ ਮਾਈਨਿੰਗ ਮੰਤਰੀ ਮੈਨੂੰ ਦੇਖਣ ਨੂੰ ਆ ਰਹੀ ਸੀ ਕਿ ਕਹਿੰਦੇ ਪਿਛਲੀ ਸਰਕਾਰ ਜਾਂਦੇ 2 ਕੰਮ ਕਰ ਗਈ, ਜਿਹੜੇ ਕਹਿਣ ਨੂੰ ਤਾਂ ਬਹੁਤ ਵੱਡੇ ਲੋਕ ਪੱਖੀ ਸੀਗੇ ਜੀ, ਬੋਰਡ ਲਾ ਦਿੱਤੇ, ਬੜੀ ਇਸ਼ਤਿਹਾਰਬਾਜ਼ੀ ਹੋਈ, ਪਰ ਜ਼ਮੀਨ ਤੇ ਕੁਛ ਨਹੀਂ ਹੋਇਆ, ਉਲਟਾ ਨੁਕਸਾਨ ਹੋਇਆ। ਇੱਕ ਕੰਮ ਇਹ ਸੀ, ਕਹਿੰਦੇ ਜੀ 9 ਰੁਪਏ ਤੋਂ ਜਿਹੜਾ ਹੈ ਰੇਤਾ 5.5 ਰੁਪਏ ਫਿੱਟ ਕਰਤਾ। 5.5 ਰੁਪਏ ਕਿਸੇ ਨੂੰ ਵੀ ਕਦੇ ਵੀ ਰੇਤਾ ਮਿਲਿਆ ਹੀ ਨਹੀਂ। ਹੋਇਆ ਕੀ ਜੀ, ਜਦੋਂ ਅਸੀਂ ਫਾਈਲਾਂ ਦੇਖੀਆਂ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। 9 ਰੁਪਏ ਚੋਂ 5.5 ਰੁਪਏ ਕਰਨ ਦੇ ਲਈ ਪੰਜਾਬ ਸਰਕਾਰ ਦੀ ਰਾਇਲਟੀ ਜੋ ਪਹਿਲਾਂ 2 ਰੁਪਏ 40 ਪੈਸੇ ਸੀ, ਉਹ ਘਟਾ ਕੇ 70 ਪੈਸੇ ਕਰਤੀ। ਠੇਕੇਦਾਰਾਂ ਦਾ ਮਾਰਜਨ ਥੋੜਾ ਜਿਹਾ ਘਟਾਇਆ, ਸਿਰਫ ਜਾਨੀ ਜਿਹੜਾ 3.5 ਰੁਪਏ ਘਟਾਏ ਉਹਦੇ ਵਿੱਚੋਂ 2.5 ਰੁਪਏ ਪੰਜਾਬ ਸਰਕਾਰ ਦੇ ਘਟਾ ਦਿੱਤੇ, ਪੰਜਾਬ ਰੈਵਨਿਊ ਘਟਾ ਦਿੱਤਾ। ਇਸ ਕਰਕੇ ਅੱਛਾ ਫਾਇਦਾ ਕਿਹਨੂੰ ਪਹੁੰਚਾਇਆ? ਠੇਕੇਦਾਰਾਂ ਨੂੰ। ਲੋਕਾਂ ਨੂੰ ਤਾਂ ਵੀ ਰੇਤਾ ਮਹਿੰਗੇ ਰੇਟ ਤੇ ਮਿਲਿਆ, ਕਿਸੇ ਨੂੰ ਵੀ 5.5 ਰੁਪਏ ਨਾ ਅੱਜ ਮਿਲ ਰਿਹਾ, ਜਿਹੜੇ ਠੇਕੇਦਾਰ ਇਦਾਂ ਦੇ ਕਰਪਸ਼ਨ ਕਰ ਰਹੇ ਆ। ਇਸ ਕਰਕੇ ਹੁਣ ਜਿਹੜਾ ਦੁਬਾਰਾ ਜਿਹੜਾ ਰੇਟ ਹੈ ਉਹ 9 ਰੁਪਏ ਕਿਊਬਿਕ ਫਿਟ ਕਰ ਦਿੱਤਾ ਗਿਆ ਜੀ। ਪੰਜਾਬ ਸਰਕਾਰ ਦੀ ਰਾਇਲਟੀ 2 ਰੁਪਏ 40 ਪੈਸੇ ਜੋ ਨਵੰਬਰ ਤੋਂ ਪਹਿਲਾਂ ਸੀ, ਤੇ ਤਾਂ ਕਿ ਹੁਣ ਉਹ 9 ਰੁਪਏ ਹੀ ਮਿਲੇ। ਅਗਰ ਕਿਸੇ ਨੇ ਸਿਰਫ ਰੇਤਾ ਲੈਣਾ 9 ਰੁਪਏ ਹੀ ਮਿਲੇ। ਉਸ ਦੇ ਵਿੱਚ ਇੱਕ ਨਵਾਂ ਚੇਂਜ ਕੀਤਾ ਗਿਆ ਕਿ ਹੁਣ ਉੱਥੇ ਠੇਕੇਦਾਰ ਦੇ ਬੰਦੇ ਨਹੀਂ ਬੈਠਣਗੇ, ਉੱਥੇ ਮਾਈਨਿੰਗ ਵਿਭਾਗ ਆਪਣੇ ਅਧਿਕਾਰੀ ਬਿਠਾਊਗਾ ਤੇ ਉਹ ਪੈਸੇ ਕਲੈਕਟ ਕਰਨਗੇ, ਤੇ ਜੋ ਠੇਕੇਦਾਰ ਦਾ ਹਿੱਸਾ ਹੋਊਗਾ ਉਹ ਠੇਕੇਦਾਰ ਨੂੰ, ਜੋ ਜ਼ਮੀਨ ਮਾਲਿਕ ਦਾ ਹਿੱਸਾ ਹੋਊਗਾ ਉਹ ਜ਼ਮੀਨ ਦੇ ਮਾਲਿਕ ਨੂੰ, ਤੇ ਜੋ ਪੰਜਾਬ ਸਰਕਾਰ ਦਾ ਅਸੀਂ ਰੱਖ ਲਾਂਗੇ, ਤਾਂ ਕਿ ਉਸ ਜਿਹੜੀ ਸਾਈਟਾਂ ਨੇ ਉੱਥੇ ਵਾਕਈ 9 ਰੁਪਏ ਦੇ ਫੁੱਟ ਦੇ ਹਿਸਾਬ ਨਾਲ ਰੇਤਾ ਮਿਲ ਸਕੇ। ਇਹ ਇੱਕ ਬਹੁਤ ਵੱਡਾ ਚੇਂਜ ਹੈ। ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਕਹਿੰਦੇ ਜੀ ਮਿੱਟੀ ਮੁਫਤ ਕਰਤੀ। ਇੰਨਾ ਵੱਡਾ ਧੋਖਾ ਪੰਜਾਬ ਦੇ ਨਾਲ, ਕਹਿਣ ਨੂੰ ਤੁਸੀਂ 2 ਕਿੱਲੇ ਦੇ ਵਿੱਚ 3 ਫੁੱਟ ਤੱਕ ਮਿੱਟੀ ਮੁਫਤ ਚੱਕ ਸਕਦੇ ਹੋ। ਉਹ ਜਿਹੜਾ ਨੋਟੀਫਿਕੇਸ਼ਨ ਸੀਗਾ, ਉਸ ਨੋਟੀਫਿਕੇਸ਼ਨ 'ਚ ਇਹ ਲਿਖਿਆ ਗਿਆ ਕਿ ਮਿੱਟੀ ਮੁਫਤ ਕਰਤੀ, ਪਰ ਇੱਕ ਚੀਜ਼ ਲਿਖਤੀ ਕਿ ਅਗਰ ਤਾਂ ਹੈ 3 ਫੁੱਟ ਤੇ 2 3 ਫੁੱਟ ਤੇ 2 ਕਿੱਲਾ ਜੇ ਤੁਸੀਂ ਮੈਨੂਅਲ ਕਰਦੇ ਹੋ। ਹੁਣ ਇਹ ਦੱਸੋ ਜੀ, ਕੋਈ ਬੰਦਾ ਅਗਰ ਕਿਸੇ ਨੇ ਟਿੱਪਰ ਭਰਨਾ, ਉਹ ਮਿੱਟੀ ਮੈਨੂਅਲ ਕਹੀਆਂ ਨਾਲ ਅੱਜ ਦੇ ਹਾਲਾਤਾਂ 'ਚ ਕਿਵੇਂ ਪੋਸੀਬਲ ਹੈ? ਉਸ ਦੇ ਨਾਲ ਕੀ ਹੋਇਆ, ਅਗਰ ਕੋਈ ਗਰੀਬ ਸਾਡਾ ਜ਼ਿਮੀਂਦਾਰ ਆਮ ਘਰ ਦਾ ਅਗਰ ਉਹ ਜਾਂਦਾ ਸੀ ਮਿੱਟੀ ਚੱਕਣ, ਤਾਂ ਉੱਥੇ ਮੀਡੀਆ ਦੇ ਸਾਥੀ ਵੀ ਪਹੁੰਚ ਜਾਂਦੇ ਸੀ, ਕਿਉਂਕਿ ਤੁਸੀਂ ਆਪਣੀ ਜਗ੍ਹਾ ਸਹੀ ਹੋ, ਤੁਸੀਂ ਕਿਹਾ ਜੀ ਨੋਟੀਫਿਕੇਸ਼ਨ ਤਾਂ ਮੈਨੂਅਲ ਲਿਖਿਆ, ਤੇ ਅਗਰ ਉਹ JCB ਨਾਲ ਆਪਣੇ ਘਰ ਦੇ ਲਈ ਭਰਦਾ ਸੀ ਆਪਣੀ ਟਰਾਲੀ, ਤੇ ਉਹ ਮੀਡੀਆ ਖਬਰ ਚਲਾਉਂਦਾ ਸੀ, ਪੁਲਿਸ ਪਰਚਾ ਦੇ ਦਿੰਦੀ ਸੀ। ਬਹੁਤ ਸਾਰੇ ਨਜਾਇਜ਼ ਬੰਦੇ, ਤੁਸੀਂ ਵੀ ਕਿਹਾ ਕਿ ਕਈ ਵਾਰੀ ਜੇ ਉਹ ਪਰਚੇ ਜਿਹੜੇ ਹੋ ਗਏ, ਅਸੀਂ ਉਹ ਬਦਲਾਵ ਕਰਤਾ। ਅਗਰ ਕਿਸੇ ਨੇ ਵੀ ਆਪਣੇ ਘਰ ਦੇ ਭਰਤ ਲਈ ਮਿੱਟੀ ਚਾਹੀਦੀ ਹੈ ਤਾਂ ਉਹ JCB ਜਾਂ ਮਸ਼ੀਨਸ ਕੈਨ ਬੀ ਯੂਜ਼ਡ, ਉਹਦੇ 'ਤੇ ਕੋਈ ਪੈਸਾ 1 ਰੁਪਏ ਦੀ ਫੀਸ ਨਹੀਂ ਲੱਗੂਗੀ। ਸਿਰਫ ਇੱਕ ਚੀਜ਼ ਹੈ, ਕਿਉਂਕਿ ਇਹ ਨਾ ਹੋਵੇ ਕਿ ਮਿੱਟੀ ਦੀ ਆੜ 'ਚ ਇਲੀਗਲ ਮਾਈਨਿੰਗ ਸ਼ੁਰੂ ਹੋ ਜਾਵੇ, ਉਹਨੂੰ ਪਰਮਿਸ਼ਨ ਲੈਣੀ ਪੈਣੀ ਹੈ। ਪਰਮਿਸ਼ਨ ਅਸੀਂ ਆਉਣ ਵਾਲੇ ਦਿਨਾਂ 'ਚ ਬਹੁਤ ਸੌਖਾ ਕਰ ਦਾਂਗੇ, ਕਿਉਂਕਿ ਅਸੀਂ ਪ੍ਰਪੋਜ਼ਲ ਲਿਖਿਆ ਸੀ ਤਾਂ ਮਾਨ ਸਾਹਿਬ ਕਹਿੰਦੇ ਨੂੰ ਹੋਰ ਸੌਖਾ ਕਰੋ,
ਤਾਂ ਕਿ ਲੋਕ ਬਿਲਕੁਲ ਸੌਖਾ ਕਰ ਦਿਓ। ਸਾਡੇ ਮੁੱਖ ਮੰਤਰੀ ਸਾਹਿਬ ਦਾ ਨਿਰਦੇਸ਼ ਹੈ ਤਾਂ ਉੱਤੇ ਮਾਈਨਿੰਗ ਵਿਭਾਗ ਆਪਣਾ ਕੰਮ ਕਰਕੇ 2-3 ਦਿਨ 'ਚ ਹੀ, ਅਗਰ ਕਿਸੇ ਨੇ ਵੀ ਆਪਣੇ ਘਰ ਦੇ ਲਈ, ਆਪਣੇ ਮਕਾਨ ਦੇ ਲਈ ਭਰਤ ਪਾਣੀ ਮਿੱਟੀ ਲੈਣੀ ਹੈ ਤਾਂ ਉਹਨੂੰ JCB ਨਾਲ ਉਹਨੂੰ ਕੋਈ ਰੋਕ ਨਹੀਂ, ਬਸ ਉਹਨੂੰ ਇੱਕ ਸਿੰਪਲ ਜੀ ਪਰਮਿਸ਼ਨ ਬਿਨਾਂ ਕਿਸੇ ਫੀਸ ਤੋਂ ਸਾਡੇ ਤੋਂ ਲੈਣੀ ਹੋਊਗੀ, ਉਹ ਦੱਸ ਦਾਂਗੇ ਜੀ। ਤੇ ਇਹ ਕੁਝ ਜਿਹੜੇ ਲੋਕ ਪੱਖੀ ਚੇਂਜਸ ਕੀਤੇ ਗਏ ਹੈ। ਉਹ ਨਹੀਂ ਜੀ, 3 ਫੁੱਟ ਤੇ 2 ਮੈਨੂਅਲ ਤੋਂ ਕਰਤਾ ਕਿਉਂਕਿ ਪਹਿਲਾਂ ਸ਼ਰਾਰਤ ਸੀ ਮੈਨੂਅਲ। ETT ਜਿਹੜੇ ਟੀਚਰਸ ਨੇ, ਜਿਹੜਾ ਐਗਜ਼ਾਮੀਨੇਸ਼ਨ ਹੁੰਦਾ ਇਸ ਦੇ ਉੱਪਰ ਏਜ ਰਿਲੈਕਸੇਸ਼ਨ ਦੀ ਵੀ ਗੱਲ ਸਾਹਮਣੇ ਆ ਰਹੀ ਸੀਗੀ, ਉਹਦੇ ਉੱਤੇ ਕੋਈ ਚਰਚਾ ਹੋਈ? ਉੱਤੇ ਵੀ ਚਰਚਾ ਹੋਈ ਜੀ, ਬਹੁਤ ਕੁਝ ਕਰਾਂਗੇ। ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਿੱਖਿਆ ਵਿਭਾਗ ਦੇ ਵਿੱਚ ਨਵੀਂ ਭਰਤੀਆਂ ਤੇ ਬਹੁਤ ਸਾਰੇ ਚੇਂਜਸ ਹੋ ਰਹੇ ਕੁਝ ਲੀਗਲ ਉਹਦੇ ਵਿੱਚ ਵੀ ਅੜਚਨਾ ਨਹੀਂ ਹੈ ਕੀ ਕਰਾਂਗੇ ਜੋ ਵੀ ਉਹਦੇ 'ਚ ਕਾਫੀ ਡਿਸਕਸ਼ਨ ਹੋਈ ਹੈ, ਦੂਰ ਕਰਾਂਗੇ। ਉਹਨਾਂ ਨੂੰ ਮਿਲਾਂਗੇ, ਸਾਥੀਆਂ ਨੂੰ, ਉਹਨਾਂ ਨੂੰ ਦੂਰ ਕਰਾਂਗੇ। ਜਿਹੜਾ ਕਰੈਕਸ਼ਨ ਦਾ ਰੇਟ ਹੈ ਇਸ ਟਾਈਮ ਟਿੱਪਰ ਹੈ 14,000 ਰੁਪਏ ਦਾ, ਇਸ ਟਾਈਮ ਵਿਕ ਰਿਹਾ 14 ਦਾ। ਤੁਹਾਡੀ ਸਰਕਾਰ ਆਉਣ ਤੋਂ ਪਹਿਲਾਂ 7,000 ਦਾ ਸੀ। ਇਹਦੇ ਬਾਰੇ ਤੁਸੀਂ ਕੀ ਕਰੋਗੇ? 7,000 ਦਾ ਟਿੱਪਰ ਕਿੱਥੇ ਮਿਲਦਾ ਸੀ ਜੀ? ਪਹਿਲਾਂ ਨਹੀਂ, ਮੇਰੀ ਗੱਲ ਮੈਨੂੰ ਦਿਖਾ ਦਿਓ, ਤੁਸੀਂ ਕਿਸੇ ਨੇ ਲਿਆ ਹੋਵੇ ਦਿਖਾ ਦਿਓ ਜੀ, ਕੋਈ ਇੱਕ ਵੀ ਦਿਖਾ ਦਿਓ। 7,000 ਦਾ ਜੀ ਕਿੱਥੋਂ ਲਿਆ ਸੀ? ਅਸਲੀਅਤ ਜਾ ਰਿਹਾ ਜਿਹੜਾ ਅੱਜ 14,000 ਸਾਰਾ ਮੀਡੀਆ ਸੁਣ ਰਿਹਾ 7,000। ਮੈਂ ਕਿਹਾ ਜੀ ਮੀਡੀਆ ਦਾ, ਮੈਂ ਤਾਂ ਫੀਲਡ 'ਚ ਜਾਣਾ ਨਹੀਂ, 5.5 ਰੁਪਏ ਦੇ ਹਿਸਾਬ ਨਾਲ ਵੀ ਨਹੀਂ 7,000 ਬਣਦਾ ਜੀ। ਕਿਉਂ ਜੀ? ਟਿੱਪਰ ਮੈਂ ਹੁਣ 14,000 ਦਾ ਮੈਂ ਲਿਆ ਜੀ। ਕਿੱਥੇ ਲਿਆ ਜੀ ਤੁਸੀਂ? ਹੈ ਜੀ ਕਿੱਥੋਂ ਲਿਆ ਜੀ? ਤੁਹਾਡੇ ਰੋਪੜ ਤੋਂ ਤੜਕੇ 4 ਵਜੇ, ਸੁਣ ਲਓ, ਤੜਕੇ 4 ਵਜੇ ਤੋਂ ਲੈ ਕੇ 2 ਤੋਂ 4 ਵਜੇ ਤੱਕ ਜਿਹੜੇ ਨਜਾਇਜ਼ ਟਿੱਪਰ ਹੈ ਅੱਜ ਤੱਕ ਤੁਸੀਂ ਰੋਕ ਨਹੀਂ ਸਕੇ। ਨਹੀਂ, ਅਸੀਂ ਪੂਰੀ ਦੇਖੋ ਜੀ, ਇੱਕ ਮੈਂ ਹੋਰ ਇਹਦੇ 'ਚ ਜਿਹੜੀ ਨਹੀਂ ਬਹੁਤ ਵਧੀਆ ਮੁੱਦਾ ਚੱਕਿਆ ਕਿ ਅੱਧੀ ਰਾਤ ਨੂੰ ਮਾਈਨਿੰਗ ਹੁੰਦੀ ਹੈ, ਕਿਉਂਕਿ ਅਸੀਂ ਰੋਪੜ ਤੇ ਪਠਾਨਕੋਟ 2 ਇਦਾਂ ਦੀਆਂ ਬੈਲਟਾਂ ਨੇ ਜਿੱਥੇ ਵਾਕਈ ਬਹੁਤ ਜ਼ਿਆਦਾ ਜਿਹਨੂੰ ਕਹਿ ਸਕਦੇ ਮਾਈਨਿੰਗ ਦੀ ਇਲੀਗਲ ਮਾਈਨਿੰਗ ਦੀ ਕੈਪੀਟਲ ਹੈ। ਉਹਦੇ ਲਈ ਜਿਵੇਂ ਦੱਸ ਰਹੇ ਆ, ਅਸੀਂ ਹੁਣ ਨਿਰਦੇਸ਼ ਦੇ ਦਿੱਤੇ ਹੈ ਕਿ ਰਾਤ ਨੂੰ ਪੁਲਿਸ ਆਪਣੀਆਂ ਯਾਨੀ ਗੱਡੀਆਂ ਦੇ ਉੱਤੇ ਸਰਚ ਲਾਈਟਾਂ ਲਾ ਕੇ ਕਿਉਂਕਿ ਸਾਡੇ ਕੋਲ ਦੋਨੋਂ ਚੈਲੰਜਸ ਨੇ। ਬਤੌਰ ਮਾਈਨਿੰਗ ਮੰਤਰੀ ਮੇਰੇ ਕੋਲ ਦੋਨੋਂ ਚੈਲੰਜਸ ਨੇ। ਇੱਕ ਚੈਲੰਜ ਇਹ ਹੈ ਕਿ ਮੈਨੂੰ ਇਲੀਗਲ ਮਾਈਨਿੰਗ ਬੰਦ ਕਰਨੀ ਹੈ ਕਿਉਂਕਿ ਅਸੀਂ ਇਲੀਗਲ ਮਾਈਨਿੰਗ ਬਰਦਾਸ਼ਤ ਨਹੀਂ ਕਰ ਸਕਦੇ। ਦੂਜਾ ਚੈਲੰਜ ਇਹ ਹੈ ਕਿ ਹਾਂ, ਲੋਕਾਂ ਨੂੰ ਰੇਤਾ ਬਜਰੀ ਵੀ ਦੇਣਾ। ਟਰਾਂਸਪੋਰਟ ਦਾ ਇੱਕ ਬਹੁਤ ਸਾਰਾ ਵੱਡਾ, ਕਿਉਂਕਿ ਉਹ ਟਿੱਪਰ ਵਾਲੇ ਆ ਕੇ ਉਹ ਆਪਣਾ ਧਰਨਾ ਲਾ ਕੇ ਬਹਿ ਜਾਂਦੇ ਕਿ ਸਾਡਾ ਕੰਮ ਵੀ ਉਹ ਵੀ ਸਹੀ ਹੈ, ਕਿਉਂਕਿ ਇੱਕ ਟਿੱਪਰ ਬਹੁਤ ਮਹਿੰਗਾ ਆ ਗਿਆ ਅੱਜ ਕੱਲ੍ਹ, ਉਹਦੀ 1.5 ਲੱਖ ਰੁਪਏ ਕਿਸ਼ਤ ਹੈ। ਉਹ ਆਪਣੀ ਜਗ੍ਹਾ, ਉਹ ਵੀ ਇੱਕ ਰੋਜ਼ਗਾਰ ਦਾ ਸਾਧਨ ਹੈ, ਉਹਨਾਂ ਦਾ ਧਿਆਨ ਵੀ ਰੱਖਣਾ। ਇਲੀਗਲ ਮਾਈਨਿੰਗ ਬਿਲਕੁਲ ਨਹੀਂ ਚੱਲਣ ਦੇਣੀ। ਤੀਜੀ ਗੱਲ ਜਿਹੜੀ ਹੈ ਜੀ, ਆ ਜਿਹੜਾ ਤੁਹਾਨੂੰ ਲੋਕਾਂ ਨੂੰ ਰੇਤਾ ਬਜਰੀ ਸਸਤਾ ਮਿਲਣਾ, ਇਹਦੇ ਲਈ ਜਿੱਥੇ ਵੀ ਜਦੋਂ ਵੀ ਕੋਈ ਵੀ ਖਬਰ ਆਉਂਦੀ ਅਸੀਂ ਓਪਨ ਹੈ। ਦੇਖੋ, ਕਿਸੇ ਨਾਲ ਕੋਈ ਭਾਈ ਭਤੀਜਾਵਾਦ ਨਹੀਂ, ਕੋਈ ਕਿਸੇ ਦਾ MLA ਦਾ ਬੰਦਾ ਨਹੀਂ। ਜਦੋਂ ਵੀ ਕਦੀ, ਤੇ ਤੁਹਾਨੂੰ ਹੁਣ ਵੀ ਸਾਡੇ ਤੁਸੀਂ ਸਾਥ ਦਿਓ, ਜਿੱਥੇ ਕਿਤੇ ਵੀ ਇਲੀਗਲ ਮਾਈਨਿੰਗ ਦੀ ਖਬਰ ਮੀਡੀਆ ਨੂੰ ਪਤਾ ਲੱਗਦੀ ਹੈ, ਅਸੀਂ ਉਹਦੇ 'ਚ ਫੌਰਨ ਐਕਸ਼ਨ ਲਵਾਂਗੇ। ਰੇਟ ਤਾਂ ਜਿਹੜੇ ਤੁਸੀਂ ਦੁਬਾਰੇ ਉੱਥੇ ਤੱਕ ਲੈ ਕੇ ਆਓ, ਜਿਵੇਂ ਸਰਕਾਰ ਵਾਲਾ ਘਟਾਤਾ ਸੀਗਾ ਉਹਨਾਂ ਨੇ, ਹਾਂਜੀ, ਤੁਸੀਂ ਕੀ ਕਹਿੰਦੇ ਵੀ ਲੋਕਾਂ ਨੂੰ ਰੇਟ ਮਿਲੂਗਾ ਕੀ? ਮੈਂ ਤੁਹਾਨੂੰ ਇਹ ਦੱਸ ਰਿਹਾ ਜੀ, ਦੇਖੋ ਜੇ ਤਾਂ ਤੁਸੀਂ ਰੇਤਾ ਲੈਣਾ, ਮੈਂ ਦੱਸ ਪਿੱਠ ਹੈਡ ਤੋਂ ਲੈਣਾ ਤਾਂ 9 ਰੁਪਏ ਫਿੱਟ ਤੇ ਮਿਲੂਗਾ ਤੁਹਾਨੂੰ। ਉਸ ਤੋਂ ਉਹਦੀ ਟਰਾਂਸਪੋਰਟੇਸ਼ਨ ਕਾਸਟ ਹੈ, ਉਹ ਜਿੱਥੇ ਉਹ ਜਿਵੇਂ ਨਹੀਂ ਕਿਹਾ, ਉਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਖੱਡ ਤੋਂ ਲੈਣਾ ਤੇ ਕਿੱਥੇ ਪਹੁੰਚ ਕਰਨੀ ਹੈ, ਤਾਂ ਸਿੰਪਲ ਉਹ ਟਰਾਂਸਪੋਰਟੇਸ਼ਨ ਕਾਸਟ ਐਡ ਹੋ ਜਾਊਗੀ। ਅਸੀਂ ਇਹਦੇ 'ਚ ਇਹ ਵੀ ਕੀਤਾ ਜੀ, ਅਸੀਂ ਬਜਰੀ ਦਾ ਵੀ MRP ਫਿਕਸ ਕਰਤਾ ਜੋ ਅੱਜ ਤੱਕ ਕਦੀ ਫਿਕਸ ਨਹੀਂ ਹੋਇਆ ਸੀ। ਕ੍ਰਸ਼ਰ ਵਾਲਿਆਂ ਨੂੰ ਕਹਿਤਾ ਕਿ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ 20 ਰੁਪਏ ਤੋਂ ਉੱਤੇ ਬਜਰੀ ਪ੍ਰੋਸੈਸਡ ਮਟੀਰੀਅਲ, ਜਿਹੜਾ ਪ੍ਰੋਸੈਸਡ ਮਟੀਰੀਅਲ ਯੂਜ਼ ਕਰ ਰਹੇ, 2-3 ਤਰ੍ਹਾਂ ਦਾ ਪ੍ਰੋਸੈਸਡ ਮਟੀਰੀਅਲ ਹੁੰਦਾ, 17.5 ਰੁਪਏ ਤੇ 20 ਰੁਪਏ, ਇਸ ਤੋਂ ਬਾਅਦ ਤੁਸੀਂ ਰੇਟ ਨਹੀਂ ਵੇਚ ਸਕਦੇ। ਉਹ ਪ੍ਰੋਸੈਸ ਲੋਕਾਂ ਨੂੰ ਰੇਟ ਸਸਤਾ ਮਿਲੇ, ਕਿਉਂਕਿ ਇੱਥੇ ਪਿੱਠ ਹੈਡ ਤੋਂ ਤਾਂ ਸਿਰਫ ਰੇਤਾ ਨਿਕਲਦਾ, ਪਰ ਰੇਤਾ ਨਹੀਂ ਯੂਜ਼ ਹੁੰਦਾ, ਬਜਰੀ ਚਾਹੀਦੀ ਹੁੰਦੀ ਹੈ। ਬਜਰੀ ਵੀ ਕਈ ਕਿਸਮਾਂ ਦੀ ਹੈ, ਰੇਤਾ ਕਈ ਕਿਸਮਾਂ ਦਾ, ਉਹ ਸਾਰਾ ਸਮਾਨ ਉਹਦੇ ਲਈ ਕੋਈ ਪਾਲਿਸੀ ਨਹੀਂ ਸੀਗੀ। ਬੈਂਸ ਸਾਹਿਬ, ਇੱਕ ਬੜਾ ਵੈਲਿਡ ਪੁਆਇੰਟ ਹੈਗਾ, ਕਿਉਂਕਿ ਜੋ ਸਜ਼ਾਵਾਂ ਹੈਗੀਆਂ ਨਾ ਇਸ ਵਿੱਚ, ਕ੍ਰਸ਼ਰ ਇੱਕ ਮਾਣ ਵਾਲੀ ਗੱਲ ਹੋਵੇ ਕਿ ਜੀ ਮੇਰਾ ਕ੍ਰਸ਼ਰ ਹੈ ਤੇ ਉਹ ਆਪਣਾ ਇਮਾਨਦਾਰੀ ਨਾਲ ਕੰਮ ਕਰ ਸਕੇ, ਲਾਈਕ ਅ ਫੈਕਟਰੀ, ਲਾਈਕ ਅ ਯੂਨਿਟ। ਹੁਣ ਤੱਕ ਕੀ ਸੀ, ਅਗਰ ਤੁਸੀਂ ਕਿਸੇ ਨੂੰ ਕਹੋ ਮਾਈਨਿੰਗ ਨੂੰ ਕੋਈ ਵੀ ਦੇਖਦਾ ਮਾਫੀਆ ਦੇਖਦਾ, ਤਾਂ ਇਹ ਸਾਡੀ ਕੋਸ਼ਿਸ਼ ਹੈ। ਤੇ ਸਾਨੂੰ ਇਹ ਵੀ ਹੈ, ਜਿਵੇਂ ਮੈਂ ਕਿਹਾ ਪਿਛਲੀ ਸਰਕਾਰਾਂ ਦਾ ਰੈਵਨਿਊ ਵੀ ਦੱਸਿਆ ਸੀ, ਇਹਦੇ ਨਾਲ ਸਾਨੂੰ ਇਹ ਵੀ ਯਕੀਨ ਹੈ ਕਿ ਹੈਵੀ ਇਨਕਰੀਜ਼ ਇਨ ਦਾ ਰੈਵਨਿਊ ਆਫ ਦਾ ਗਵਰਨਮੈਂਟ। ਜੇ ਸਰਕਾਰ ਦੇ ਕੋਲ ਪੈਸਾ ਆਊਗਾ ਤਾਂ ਸਰਕਾਰ ਜਨਤਾ ਤੇ ਲਾਊਗੀ। ਮੁਫਤ ਬਿਜਲੀ ਦਿੱਤੀ ਹੈ, ਹੋਰ ਬਹੁਤ ਸਾਰੇ ਮੁਹੱਲਾ ਕਲੀਨਿਕਸ ਖੋਲ੍ਹੇ, ਬਹੁਤ ਸਾਰੇ ਇੱਦਾਂ ਨਿਸ਼ਾਨ ਹੋਣਗੇ। ਸਰ ਇੱਕ ਸਵਾਲ ਹੈ, ਜਿਹੜਾ ਮਾਈਨਿੰਗ ਮਾਫੀਆ ਦਾ ਸ਼ਬਦ ਵਰਤਿਆ ਉਹ ਅਕਸਰ ਮਾਨਸੂਨ ਦੀ ਆੜ ਲੈਂਦਾ ਹੈ। ਮਾਨਸੂਨ ਦੌਰਾਨ ਬਹੁਤ ਜ਼ਿਆਦਾ ਮਾਈਨਿੰਗ ਹੁੰਦੀ ਹੈ ਤੇ ਜਦੋਂ ਮੀਂਹ ਆਉਂਦਾ, ਪਾਣੀ ਆਉਂਦਾ, ਉਹ ਜਿਹੜੀ ਉਹ ਖੱਡ ਉਹ ਕਿਤੇ ਨਾ ਕਿਤੇ ਲੁਕਦੀ ਜਾਂ ਭਰਦੀ ਨਜ਼ਰ ਆਉਂਦੀ ਹੈ। ਸੋ ਉਸ ਚੀਜ਼ ਨੂੰ ਕਿਵੇਂ? ਸਰ ਦੇਖੋ, ਮਾਈਨਿੰਗ ਦੇ ਮੈਂ ਦੱਸ ਦਿੰਦਾ, ਮੌਨਸੂਨ ਦੇ ਵਿੱਚ ਜਿਹੜੀ ਵੀ ਕੋਈ ਰਿਵਰ ਬੈਡ ਮਾਈਨਿੰਗ ਉਹ ਨਹੀਂ ਅਲਾਉ। ਬੜੀ ਸਾਡੇ ਵੱਲੋਂ ਕੁਝ ਵੀ ਨਹੀਂ ਹੋ ਰਿਹਾ, ਕਿਤੇ ਵੀ ਪਤਾ ਲੱਗਦਾ ਜੀ। ਮੈਂ ਤੁਹਾਨੂੰ ਫਿਰ ਕਿਹਾ 306 ਪਰਚੇ ਅਸੀਂ ਦਰਜ ਕਰ ਚੁੱਕੇ ਹਾਂ ਪਿਛਲੇ 3 ਦਿਨਾਂ ਵਿੱਚ, ਵੀ ਹੋਰ ਹੋਇਆ ਉਸ ਤੋਂ ਬਾਅਦ। ਕਿਤੇ ਵੀ ਪਤਾ ਲੱਗਦਾ, ਕਿਉਂਕਿ ਇਹ ਸਾਰੀ ਚੀਜ਼ਾਂ ਟੈਕਨੋਲੋਜੀ ਨਾਲ, ਹੁਣੇ ਨਹੀਂ ਬਾਊ ਜੀ ਨੇ ਕਹਿਤਾ ਜੀ ਰਾਤ ਨੂੰ ਨਿਕਲ ਜਾਂਦੇ ਆ। ਮੇਰਾ ਤਾਂ ਕਦੀ ਕਦੀ ਆਪ ਵੀ ਦਿਲ ਕਰਦਾ ਜਾਵਾਂ, ਬਟ ਮੈਨੂੰ ਇਹ ਹੈ ਕਿ ਸਿਰਫ ਆਪਣੇ ਕੰਮ ਨੂੰ ਹੋਰ ਸਾਫ਼ ਸੁਥਰਾ ਟੈਕਨੋਲੋਜੀ ਦੇ ਨਾਲ ਕਰੀਏ। ਇੱਕ ਦਿਨ ਜਾ ਕੇ ਖੜ ਜਾਾਂਗੇ, ਤੀਜੇ ਦਿਨ ਉਹ ਫਿਰ ਆ ਜਾਣਗੇ। ਤਾਂ ਉਹਦੇ ਲਈ ਮੈਂ ਤੁਹਾਨੂੰ ਦੱਸਦਾ, ਮੈਂ ਇਸੀ ਕ੍ਰਸ਼ਰ ਪਾਲਿਸੀ ਦੇ ਵਿੱਚ ਤੇ ਅਮੈਂਡਡ ਦੇ ਵਿੱਚ ਹਰ ਟੋਲ ਪਲਾਜ਼ਾ ਦੇ ਉੱਤੇ
ਸਪੈਸ਼ਲ ਗੇਟਸ, ਸੀਸੀਟੀਵੀ ਕੈਮਰਾਸ, ਜੋ ਮੈਂ ਪਹਿਲਾਂ ਵੀ ਕਿਹਾ ਸੀ, ਡਰੋਨ ਮੈਪਿੰਗ, ਉਹ ਸਾਰੀ ਚੀਜ਼ਾਂ ਦੀ ਇੰਪਲੀਮੈਂਟੇਸ਼ਨ ਉਹ ਸੀਗੀਆਂ ਪਹਿਲਾਂ ਵੀ, ਪਰ ਹੋਈਆਂ ਕੁਛ ਨਹੀਂ। ਉਹਦੇ ਤੇ 10 ਪੈਸੇ ਲੈ ਲੈਂਦੇ, ਹੋਈਆਂ ਕੁਛ ਨਹੀਂ। ਹੁਣ ਉਹ ਸਾਰੇ ਕਰ ਦਾਂਗੇ ਵਿਦ ਇਨ 3, 4, 5 ਮੰਥਸ। ਹਰ ਟਿੱਪਰ ਦੇ ਉੱਤੇ ਟਰੈਕਰ ਲੱਗੂਗਾ, GPS ਟਰੈਕਰ ਲੱਗੂਗਾ। ਇਹ ਸਾਰੀ ਚੀਜ਼ਾਂ ਦੀ ਬਹੁਤ ਐਡਵਾਂਸਮੈਂਟਸ ਦੇ ਵੱਲ ਕੋਸ਼ਿਸ਼ ਕਰ ਰਹੇ ਹਾਂ ਕਿ ਟੈਕਨੋਲੋਜੀ ਹੀ ਇਲੀਗਲ ਮਾਈਨਿੰਗ ਨੂੰ ਰੋਕ ਸਕਦੀ ਹੈ। ਮੈਂ ਤਾਂ ਹਮੇਸ਼ਾ ਇੱਕ ਐਗਜ਼ਾਮਪਲ ਦਿੰਦਾ ਹੁੰਦਾ ਇੰਡੀਅਨ ਰੇਲਵੇ ਦਾ ਤੇ ਮੈਟਰੋ ਦਾ। ਤੁਸੀਂ ਰੇਲਵੇ ਦੇ ਵਿੱਚ ਇਮਾਨਦਾਰ TT ਰੱਖ ਦਿਓ, ਸਭ ਕੁਝ ਰੱਖ ਦਿਓ, ਪਰ ਫਿਰ ਕੋਈ ਨਾ ਕੋਈ, ਪਰ ਮੈਟਰੋ ਇੱਕ ਇੱਦਾਂ ਦਾ ਸਿਸਟਮ ਹੈ ਕਿ ਟੈਕਨੋਲੋਜੀ ਨਹੀਂ ਹਾਈ ਹੈ ਕਿ ਕੋਈ ਉੱਥੇ, ਤਾਂ ਸਾਡੀ ਕੋਸ਼ਿਸ਼ ਹੈ ਕਿ ਉਸੇ ਤਰੀਕੇ ਨਾਲ ਵਿਦ ਦਾ ਹੈਲਪ ਆਫ ਦਾ ਟੈਕਨੋਲੋਜੀ IIT ਰੋਪੜ ਦੇ ਨਾਲ ਬਹੁਤ ਜ਼ਿਆਦਾ ਨੈਗੋਸ਼ੀਏਸ਼ਨਸ ਕੀਤੀਆਂ। ਉਸ ਤੋਂ ਬਾਅਦ ਉਹ 3 ਸਾਲ ਦਾ ਸਮਾਂ ਮੰਗ ਰਹੇ ਸੀਗਾ, ਅਸੀਂ ਕਿਹਾ ਨਹੀਂ, ਯਾਨੀ ਦੁਨੀਆ ਦੇ ਬੈਸਟ ਇੰਸਟੀਟਿਊਸ਼ਨਸ ਦੇ ਨਾਲ ਗੱਲਬਾਤ ਕਰਕੇ ਉਹ ਮਾਈਨਿੰਗ ਦੇ ਉੱਤੇ ਟੈਕਨੋਲੋਜੀ ਵੀ ਲੈ ਕੇ ਆ ਰਹੇ, ਤਾਂ ਕਿ ਸਾਨੂੰ ਵੀ ਹੈ ਇੱਕ ਵੀ ਖਬਰ ਲੱਗਦੀ ਸਾਨੂੰ ਬੁਰਾ ਲੱਗਦਾ ਸਰ। ਇੱਕ ਛੋਟਾ ਜਿਹਾ ਸਵਾਲ ਹੋ ਜੀ ਸਰ। ਸਾਬਕ ਮੰਤਰੀ ਨਵਜੋਤ ਸਿੱਧੂ ਦੀ ਸਜ਼ਾ ਵਿੱਚ ਵੀ ਕੋਈ ਮਾਫੀ ਨਹੀਂ ਹੋ ਰਹੀ ਸਰ? ਇਹ ਦੇਖੋ, ਇਹ ਮੇਰੇ ਇਸ ਵਕਤ ਮੇਰਾ ਟੌਪਿਕ ਨਹੀਂ ਹੈ, ਪਰ ਤੁਸੀਂ ਯਕੀਨ ਮੰਨੋ, ਤੇ ਅਸੀਂ ਇੱਕ ਟੋਲ ਫ੍ਰੀ ਨੰਬਰ ਵੀ ਸਾਡੇ ਮੁੱਖ ਮੰਤਰੀ ਸਾਹਿਬ ਜਾਰੀ ਕਰਾਂਗੇ ਤੋਂ ਹੀ 70% ਮਾਲ ਜਾਂਦਾ। ਇਹ ਨਾਲ ਕਾਫੀ ਰੈਗੂਲੇਸ਼ਨ ਹੋਊਗੀ ਤੇ ਉਹਨਾਂ ਨੂੰ ਵੀ ਸੁੱਖ ਦਾ ਸਾਹ ਆਊਗਾ ਜੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਜੋ ਜੀ ਜਿਹੜੇ ਆਹ ਬਾਰਡਰ ਏਰੀਆ ਹੈ ਜਿਹੜਾ ਉੱਥੇ ਉਸ ਤਰਫ ਬੜੀ ਮਾਈਨਿੰਗ ਹੋ ਰਹੀ ਹੈ। ਹਾਈ ਕੋਰਟ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਉਹ BSF ਨੇ ਗੱਲ ਬੋਲੀ ਹੈ ਕਿ ਉੱਥੇ ਲਗਾਤਾਰ ਮਾਈਨਿੰਗ ਹੋ ਰਹੀ ਹੈ, ਲੇਕਿਨ ਕੋਈ ਦੇਖ ਮਾਈ ਬੈਸਟ ਟੀਮ ਵਾਸ ਵਰਕਿੰਗ ਵਿਦ them for 2 days ਤੇ ਉਹ ਆਏ ਆ ਤੇ ਉਹ ਅਗਲੀ ਮੀਟਿੰਗ 'ਚ ਉੱਤੇ ਡਿਸਕਸ ਕਰਾਂਗੇ। ਉਹਨਾਂ ਨੂੰ ਇੱਥੇ ਵੀ ਬੁਲਾਵਾਂਗੇ ਅਗਰ ਇੱਦਾਂ ਦਾ ਕਿਤੇ ਵੀ, ਕਿਉਂਕਿ ਮੈਨੂੰ ਨਹੀਂ ਲੱਗ ਰਿਹਾ ਇੱਕ ਤਾਂ ਕਿ ਕਿਤੇ ਵੀ ਕੋਈ ਬਾਰਡਰ ਤੇ ਮਾਈਨਿੰਗ ਚੱਲ, ਪਹਿਲੀ ਗੱਲ ਤਾਂ ਬਾਰਡਰ ਤੇ ਚੱਲਣੀ ਆਪਣੇ ਆਪ 'ਚ ਹੀ ਗਲਤ ਗੱਲ ਹੈ। ਸੋ ਅਸੀਂ ਉਹ ਵੀ ਵੈਰੀਫਾਈ ਕਰਾ ਰਹੇ ਹਾਂ, ਪਰ ਹੋ ਸਕਦਾ ਕਿ ਉਹਨਾਂ ਦੇ ਜੋ ਵੀ ਕੰਸਰਨਸ ਨੇ, ਉਹਨਾਂ ਦੇ ਇੱਕ ਡੈਲੀਗੇਸ਼ਨ ਤੇ ਸਾਡਾ ਇੱਕ ਡੈਲੀਗੇਸ਼ਨ 2 ਦਿਨ ਵਿਜ਼ਿਟ ਕਰਕੇ ਆਇਆ, ਤੇ ਅਗਰ ਜੋ ਵੀ ਉਹਨਾਂ ਦੇ ਜੋ ਵੀ ਚੀਜ਼ਾਂ ਦੇਸ਼ ਦੀ ਸੁਰੱਖਿਆ ਦੇ ਖਿਲਾਫ ਹੋਣਗੀਆਂ। ਜੀ ਇੱਕ ਨਾ ਰਾਜ ਬਹਾਦਰ ਜੋ VC ਸੀਗੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਸਰ ਮੈਨੂੰ ਮੇਰੀ ਇੱਕ ਬ੍ਰਦਰ, ਮੈਂ ਇੱਕ ਬੇਨਤੀ ਹੈ, ਤੁਸੀਂ ਮੈਨੂੰ ਮੇਰੇ ਸੰਬੰਧਿਤ ਆਪਣੇ ਡਿਪਾਰਟਮੈਂਟ ਸੇ ਨਹੀਂ ਸਰ, ਥੈਂਕ ਯੂ।